ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਰਿਆਂ ਨੂੰ ਜੈ ਯਿਸੂ ਦੀ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे भेदां नूं जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे भेदां नूं जान सका। तेरे भेदां नूं जान सका, तेरे भेदां नूं जान सका। ਪਿਆਰੇ ਬੱਚਿਓ, ਅੱਜ ਅਸੀਂ ਤਲੀਮ ਦੀ 5ਵੀਂ ਕਲਾਸ ਦੇ 6ਵੇਂ ਅਧਿਆਏ ਦੇ ਬਾਰੇ ਪੜ੍ਹਾਂਗੇ। ਤੇ ਇਹ 6ਵਾਂ ਅਧਿਆਏ ਜਿਹੜਾ ਹੈ ਉਹ ਅਬਰਾਹਮ ਦੇ ਬਾਰੇ ਹੈ। ਅਸੀਂ 5ਵੇਂ ਅਧਿਆਏ ਦੇ ਵਿੱਚ ਇੱਕ ਨੇਕ ਆਦਮੀ ਦੇ ਬਾਰੇ ਸੁਣਿਆ ਸੀ ਜਿਸ ਦਾ ਨਾਂ ਸੀ ਨੂਹ ਨਬੀ। ਅਤੇ ਇਸੇ ਤਰ੍ਹਾਂ ਹੀ 6ਵੇਂ ਅਧਿਆਏ ਦੇ ਵਿੱਚ ਅਸੀਂ ਇੱਕ ਹੋਰ ਨੇਕ ਅਤੇ ਜੋ ਖੁਦਾ ਦੇ ਪ੍ਰਤੀ ਵਫਾਦਾਰ ਸੀ ਉਸ ਆਦਮੀ ਦੇ ਬਾਰੇ ਸੁਣਾਂਗੇ ਜਿਸ ਦਾ ਨਾਂ ਹੈ ਅਬਰਾਹਮ। ਅਬਰਾਹਮ ਬੜਾ ਨਿਆਂਕਾਰੀ ਅਤੇ ਨੇਕ ਆਦਮੀ ਸੀ। ਉਹ ਕਾਲਦੀਸ ਦੇ ਊਰ ਦੇਸ਼ ਵਿੱਚ ਆਪਣੇ ਟੱਬਰ ਸਮੇਤ ਰਹਿੰਦਾ ਸੀ। ਜਦੋਂ ਉਹ 75 ਸਾਲ ਦਾ ਹੋਇਆ ਤਾਂ ਖੁਦਾ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਦੇਸ਼ ਨੂੰ ਛੱਡ ਕੇ ਕਨਾਨ ਦੇ ਮੁਲਕ ਵਿੱਚ ਚਲਾ ਜਾਵੇ। ਪ੍ਰਭੂ ਖੁਦਾ ਨੇ ਅਬਰਾਹਮ ਨੂੰ ਕਿਹਾ, ਮੈਂ ਤੇਰੇ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ, ਮੈਂ ਤੈਨੂੰ ਆਸ਼ੀਸ਼ ਦੇਵਾਂਗਾ ਕਿ ਤੇਰਾ ਨਾਂ ਉੱਚਾ ਹੋਵੇ ਅਤੇ ਤੂੰ ਆਸ਼ੀਸ਼ ਦਾ ਕਾਰਨ ਹੋਵੇਂਗਾ। ਸੋ ਇਹਨਾਂ ਲਾਈਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਅਬਰਾਹਮ ਦੀ ਬੁਲਾਹਟ ਦੇ ਬਾਰੇ ਕਿ ਕਿਸ ਤਰ੍ਹਾਂ ਖੁਦਾ ਜਿਹੜਾ ਹੈ ਅਬਰਾਹਮ ਨੂੰ ਜਦੋਂ 75 ਸਾਲ ਦਾ ਹੁੰਦਾ ਹੈ ਉਹਨੂੰ ਆਪਣੀ ਸੇਵਾ ਦੇ ਲਈ ਜਾਂ ਉਹਨੂੰ ਆਪਣੇ ਕੰਮ ਕਰਨ ਦੇ ਲਈ ਬੁਲਾਉਂਦਾ ਹੈ। ਖੁਦਾ ਜਿਹੜਾ ਹੈ ਅਬਰਾਹਮ ਨੂੰ ਕਹਿੰਦਾ ਹੈ ਕਿ ਤੂੰ ਆਪਣੇ ਦੇਸ਼ ਨੂੰ ਛੱਡ, ਆਪਣੇ ਪਿੰਡ ਨੂੰ ਛੱਡ, ਆਪਣੇ ਲੋਕਾਂ ਨੂੰ ਛੱਡ ਅਤੇ ਉਸ ਜਗ੍ਹਾ ਵੱਲ ਜਾ ਜਿਹੜੀ ਮੈਂ ਤੈਨੂੰ ਦਿਖਾਵਾਂਗਾ। ਸੋ ਖੁਦਾ ਅਬਰਾਹਮ ਨੂੰ ਕਹਿੰਦਾ ਹੈ ਕਿ ਤੂੰ ਊਰ ਦੇਸ਼ ਨੂੰ ਛੱਡ ਦੇ ਅਤੇ ਉਸ ਮੁਲਕ ਵੱਲ ਜਾ ਜਿੱਥੇ ਮੈਂ ਤੈਨੂੰ ਭੇਜਣਾ ਚਾਹੁੰਦਾ ਹਾਂ, ਕਿਉਂਕਿ ਮੈਂ ਤੈਨੂੰ ਆਪਣੀ ਆਸ਼ੀਸ਼ ਦਾ ਕਾਰਨ ਜਿਹੜਾ ਹੈ ਉਹ ਬਣਾਉਣਾ ਚਾਹੁੰਦਾ ਹਾਂ। ਅਤੇ ਅਬਰਾਹਮ ਜਿਹੜਾ ਹੈ ਉਹ ਖੁਦਾ ਦੇ ਹੁਕਮ ਨੂੰ ਪੂਰੀ ਤਰ੍ਹਾਂ ਮੰਨਦਾ ਹੈ ਅਤੇ ਬਿਨਾਂ ਕਿਸੇ ਸ਼ੱਕ ਦੇ ਵਿਸ਼ਵਾਸ ਕੀਤੇ ਹੋਏ ਉਹ ਖੁਦਾ ਦੇ ਹੁਕਮ ਦੀ ਪੈਰਵੀ ਕਰਨ ਦੇ ਲਈ ਅੱਗੇ ਤੁਰ ਜਾਂਦਾ ਹੈ। ਉਹ ਕਿਸੇ ਤਰ੍ਹਾਂ ਦਾ ਵੀ ਸ਼ੱਕ ਨਹੀਂ ਕਰਦਾ ਜਾਂ ਕਿਸੇ ਤਰ੍ਹਾਂ ਦਾ ਵੀ ਆਪਣੇ ਮਨ ਦੇ ਵਿੱਚ ਕੋਈ ਬੇਯਕੀਨੀ ਨਹੀਂ ਰੱਖਦਾ ਕਿ ਜਿੱਥੇ ਉਹ ਜਾ ਰਿਹਾ ਹੈ ਉਹ ਜਗ੍ਹਾ ਕਿੱਦਾਂ ਦੀ ਆ, ਉੱਥੋਂ ਦਾ ਵਾਤਾਵਰਨ ਕਿੱਦਾਂ ਦਾ ਵਾ, ਉੱਥੋਂ ਦਾ ਮੌਸਮ ਕਿੱਦਾਂ ਦਾ ਵਾ, ਉੱਥੋਂ ਦੇ ਲੋਕ ਚੰਗੇ ਨੇ ਜਾਂ ਮਾੜੇ ਨੇ, ਉੱਥੇ ਕੀ ਹੋਵੇਗਾ। ਕਿਸੇ ਤਰ੍ਹਾਂ ਦਾ ਵੀ ਮਨ ਦੇ ਵਿੱਚ ਸ਼ੱਕ ਨਹੀਂ ਰੱਖਦਾ,
ਬਲਕਿ ਖੁਦਾ ਦੀ ਜੋ ਵੀ ਯੋਜਨਾ ਉਹਦੇ ਲਈ ਹੈਗੀ ਸੀ ਉਹਦੇ ਅਨੁਸਾਰ ਹੀ ਆਪਣਾ ਜੀਵਨ ਗੁਜ਼ਾਰਨ ਦੇ ਲਈ ਅੱਗੇ ਤੁਰ ਜਾਂਦਾ ਹੈ। ਅਬਰਾਹਮ ਅਤੇ ਉਸ ਦੇ ਭਤੀਜੇ ਲੂਤ ਦੇ ਦਰਮਿਆਨ ਝਗੜਾ ਹੋ ਗਿਆ ਅਤੇ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ। ਇਸ ਤੋਂ ਪਿੱਛੋਂ ਜਦੋਂ ਲੂਤ ਨੂੰ ਬੰਦੀ ਬਣਾ ਲਿਆ ਗਿਆ ਤਦ ਅਬਰਾਹਮ ਨੇ ਉਸ ਨੂੰ ਛੁਡਾ ਲਿਆ। ਜਦੋਂ ਉਹ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ ਤਾਂ ਸ਼ਾਲੇਮ ਦੇ ਬਾਦਸ਼ਾਹ ਮਲਕੀਸੇਦਕ, ਜੋ ਪ੍ਰਭੂ ਖੁਦਾ ਦਾ ਪੁਰੋਹਿਤ ਵੀ ਸੀ, ਨੇ ਉਸ ਨੂੰ ਬਰਕਤ ਦਿੱਤੀ ਤੇ ਰੋਟੀ ਅਤੇ ਦਾਖਰਸ ਦਾ ਚੜਾਵਾ ਦਿੱਤਾ। ਇਹਨਾਂ ਲਾਈਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਬਰਾਹਮ ਦਾ ਉਸ ਦੇ ਭਤੀਜੇ ਲੂਤ ਦੇ ਨਾਲ ਝਗੜਾ ਜਿਹੜਾ ਹੈ ਉਹ ਹੋ ਜਾਂਦਾ ਹੈ। ਤੇ ਜਦੋਂ ਝਗੜਾ ਹੋ ਜਾਂਦਾ ਹੈ ਤੇ ਉਹ ਇੱਕ ਦੂਸਰੇ ਤੋਂ ਅਲੱਗ ਹੋ ਜਾਂਦੇ ਆ ਅਤੇ ਲੂਤ ਨੂੰ ਫਿਰ ਬੰਦੀ ਬਣਾਇਆ ਜਾਂਦਾ ਹੈ ਅਤੇ ਅਬਰਾਹਮ ਜਿਹੜਾ ਹੈ ਉਸ ਨੂੰ ਛੁਡਾ ਲੈਂਦਾ ਹੈ। ਜਦੋਂ ਅਬਰਾਹਮ 99 ਸਾਲ ਦਾ ਹੋ ਗਿਆ ਤਾਂ ਪ੍ਰਭੂ ਖੁਦਾ ਨੇ ਉਸ ਨੂੰ ਕਿਹਾ, ਮੈਂ ਤੇਰੇ ਨਾਲ ਇੱਕ ਨੇਮ ਬੰਨ੍ਹ ਰਿਹਾ ਹਾਂ, ਤੂੰ ਬਹੁਤ ਸਾਰੀਆਂ ਕੌਮਾਂ ਦਾ ਪੁਰਖਾ ਠਹਿਰਾਇਆ ਜਾਵੇਗਾ। ਅੱਗੇ ਤੋਂ ਤੇਰਾ ਨਾਂ ਅਬਰਾਮ ਨਹੀਂ ਹੋਵੇਗਾ, ਸਗੋਂ ਅਬਰਾਹਮ ਹੋਵੇਗਾ। ਇਸ ਦਾ ਮਤਲਬ ਹੈ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਠਹਿਰਾਇਆ ਗਿਆ ਹੈ। ਸੋ ਪਹਿਲਾਂ ਖੁਦਾ 75 ਸਾਲ ਦੀ ਉਮਰ ਦੇ ਵਿੱਚ ਅਬਰਾਹਮ ਨੂੰ ਬੁਲਾਉਂਦਾ ਹੈ ਤੇ ਇਹਨਾਂ ਲਾਈਨਾਂ ਦੇ ਵਿੱਚ ਅਸੀਂ ਦੇਖਿਆ ਹੈ ਕਿ ਜਦੋਂ ਅਬਰਾਹਮ 99 ਸਾਲਾਂ ਦਾ ਹੁੰਦਾ ਹੈ ਤੇ ਖੁਦਾ ਉਹਦੇ ਨਾਲ ਇੱਕ ਨੇਮ ਬਣਦਾ ਹੈ। ਉਹ ਕੀ ਨੇਮ ਹੈ? ਖੁਦਾ ਅਬਰਾਹਮ ਨੂੰ ਕਹਿੰਦਾ ਹੈ ਕਿ ਤੂੰ ਬਹੁਤ ਸਾਰੀਆਂ ਕੌਮਾਂ ਦਾ ਪੁਰਖਾ ਠਹਿਰਾਇਆ ਜਾਵੇਗਾ ਤੇ ਅੱਗੇ ਤੋਂ ਤੇਰਾ ਨਾਮ ਅਬਰਾਮ ਨਹੀਂ ਬਲਕਿ ਅਬਰਾਹਮ ਹੋਵੇਗਾ। ਸੋ ਅਬਰਾਹਮ ਦਾ ਜੋ ਪਹਿਲਾ ਨਾਂ ਸੀ ਉਹ ਅਬਰਾਮ ਸੀ ਤੇ ਖੁਦਾ ਜਿਹੜਾ ਹੈ ਉਹਦੇ ਨਾਮ ਨੂੰ ਬਦਲ ਦਿੰਦਾ ਹੈ ਤੇ ਉਹਦਾ ਨਾਮ ਰੱਖ ਦਿੰਦਾ ਹੈ ਅਬਰਾਹਮ। ਤੇ ਅਬਰਾਹਮ ਦਾ ਮਤਲਬ ਹੈ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਠਹਿਰਾਇਆ ਗਿਆ ਹੈ। ਅਬਰਾਹਮ ਦੀ ਪਤਨੀ ਦਾ ਨਾਂ ਸਾਰਾ ਸੀ। ਉਹਨਾਂ ਦੀ ਕੋਈ ਔਲਾਦ ਨਹੀਂ ਸੀ, ਪਰ ਖੁਦਾ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ, ਉਹਨਾਂ ਦੇ ਵੰਸ਼ ਤੋਂ ਮੈਂ ਇੱਕ ਵੱਡੀ ਕੌਮ ਪੈਦਾ ਕਰਾਂਗਾ। ਸੋ ਅਬਰਾਹਮ ਜਿਹੜਾ ਸੀ ਉਸ ਦੀ ਪਤਨੀ ਦਾ ਨਾਂ ਸੀ ਸਾਰਾ ਅਤੇ ਅਬਰਾਹਮ ਤੇ ਸਾਰਾ ਜਿਹੜੇ ਸੀ ਇਹਨਾਂ ਦਾ ਕੋਈ ਪੁੱਤਰ ਨਹੀਂ ਸੀ, ਉਹ ਬੇਔਲਾਦ ਸੀ। ਪਰ ਖੁਦਾ ਨੇ ਉਹਨਾਂ ਦੀ ਬੇਔਲਾਦੀ ਦੇ ਬਾਵਜੂਦ ਵੀ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਖੁਦਾ ਉਹਨਾਂ ਦੇ ਵੰਸ਼ ਤੋਂ ਇੱਕ ਵੱਡੀ ਕੌਮ ਜਿਹੜੀ ਹੈ ਉਹ ਪੈਦਾ ਕਰੇਗਾ। ਸੋ ਪਹਿਲਾਂ ਅਸੀਂ ਦੇਖਦੇ ਹਾਂ ਕਿ ਖੁਦਾ ਕਿ ਇੰਨੀ ਵੱਡੀ ਉਮਰ ਦੇ ਵਿੱਚ ਅਬਰਾਹਮ ਨੂੰ ਆਪਣੀ ਸੇਵਾ ਦੇ ਲਈ ਬੁਲਾਉਂਦਾ ਹੈ ਕਿ ਖੁਦਾ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ ਕਿ ਚਾਹੇ ਉਹਦੀ ਉਮਰ ਬਹੁਤ ਹੈ ਪਰ ਫਿਰ ਵੀ ਖੁਦਾ ਉਹਨੂੰ ਆਪਣੀ ਸੇਵਾ ਦੇ ਲਈ ਅੱਗੇ ਬੁਲਾਉਂਦਾ ਹੈ। ਤੇ ਫਿਰ ਸਾਰਾ ਬੇਔਲਾਦ ਹੋਣ ਦੇ ਬਾਵਜੂਦ ਵੀ ਖੁਦਾ ਜਿਹੜਾ ਹੈ ਅਬਰਾਹਮ ਦੇ ਨਾਲ ਇਹ ਵਾਅਦਾ ਕਰਦਾ ਹੈ ਕਿ ਉਹ ਉਸ ਦੇ ਵੰਸ਼ ਤੋਂ ਇੱਕ ਬਹੁਤ ਵੱਡੀ ਕੌਮ ਜਿਹੜੀ ਹੈ ਉਹ ਤਿਆਰ ਕਰੇਗਾ, ਕਿਉਂਕਿ ਖੁਦਾ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ। ਪ੍ਰਭੂ ਖੁਦਾ ਨੇ ਸਾਰਾ ਨੂੰ ਆਪਣੀ ਪ੍ਰਤਿਗਿਆ ਅਨੁਸਾਰ ਅਸੀਸ ਦਿੱਤੀ। ਸਾਰਾ ਗਰਭਵਤੀ ਹੋਈ ਅਤੇ ਉਸ ਨੇ ਬੁਢਾਪੇ ਵਿੱਚ ਖੁਦਾ ਦੇ ਕਹੇ ਅਨੁਸਾਰ ਅਬਰਾਹਮ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਸੋ ਖੁਦਾ ਨੇ ਇੱਕ ਵਾਅਦਾ ਕੀਤਾ ਸੀ ਅਬਰਾਹਮ ਦੇ ਨਾਲ ਕਿ ਖੁਦਾ ਉਹਦੀ ਵੰਸ਼ ਤੋਂ ਬਹੁਤ ਵੱਡੀ ਕੌਮ ਤਿਆਰ ਕਰੇਗਾ। ਤੇ ਸਾਰਾ ਜੋ ਬੇਔਲਾਦ ਸੀ, ਖੁਦਾ ਜਿਹੜਾ ਹੈ ਉਸ ਨੂੰ ਅਸੀਸ ਦਿੰਦਾ ਹੈ ਅਤੇ ਉਹ ਗਰਭਵਤੀ ਹੁੰਦੀ ਹੈ। ਭਾਵੇਂ ਉਹ ਬੁਢਾਪੇ ਵਿੱਚ ਵੀ ਸੀ ਪਰ ਫਿਰ ਵੀ ਖੁਦਾ ਉਸ ਨੂੰ ਆਸ਼ੀਸ਼ ਦਿੰਦਾ ਹੈ ਅਤੇ ਉਹ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ। ਅਬਰਾਹਮ ਨੇ ਆਪਣੇ ਪੁੱਤਰ ਦਾ ਨਾਂ ਇਸਹਾਕ ਰੱਖਿਆ। ਇਸਹਾਕ ਆਪਣੇ ਮਾਂ-ਬਾਪ ਦੇ ਸਾਏ ਹੇਠ ਵੱਡਾ ਹੋਇਆ। ਇੱਕ ਦਿਨ ਸਾਰਾ ਨੇ ਇਸਮਾਇਲ, ਜੋ ਅਬਰਾਹਮ ਦੀ ਪਤਨੀ ਸਾਰਾ ਦੀ ਮਿਸਰੀ ਦਾਸੀ ਹਾਜ਼ਰਾ ਤੋਂ ਪੈਦਾ ਹੋਇਆ ਅਬਰਾਹਮ ਦਾ ਪੁੱਤਰ ਸੀ, ਨੂੰ ਆਪਣੇ ਪੁੱਤਰ ਨਾਲ ਖੇਡਦੇ ਦੇਖਿਆ। ਤਦ ਸਾਰਾ ਨੇ ਅਬਰਾਹਮ ਨੂੰ ਕਿਹਾ, ਇਸ ਗੁਲਾਮ ਔਰਤ ਅਤੇ ਇਸ ਦੇ ਪੁੱਤਰ ਨੂੰ ਘਰੋਂ ਕੱਢ ਦਿਓ,
क्योंकि इस गुलाम दा पुत्तर मेरे पुत्तर नाल तेरी जायदाद दा मालक नहीं बन सकदा। प्रभु खुदा तो चेतावनी पा के बड़ी मुश्किल नाल अब्राहम ने उस दी गल मन लई। अब्राहम दे पुत्तर दा नाम सी इसहाक ਅਤੇ ਉਹਨਾਂ ਦਾ ਇੱਕ ਹੋਰ ਵੀ ਪੁੱਤਰ ਸੀ ਜਿਸ ਦਾ ਨਾਂ ਸੀ ਇਸਮਾਇਲ। ਅਤੇ ਇਸਮਾਇਲ ਜਿਹੜਾ ਸੀ ਜੋ ਸਾਰਾ ਦੀ ਇੱਕ ਮਿਸਰ ਦੇਸ਼ ਤੋਂ ਇੱਕ ਦਾਸੀ ਸੀ ਜਿਹਦਾ ਨਾਂ ਹਾਜਰਾ ਸੀ, ਉਹ ਉਹਦੇ ਤੋਂ ਪੈਦਾ ਹੋਇਆ ਸੀ। ਅਤੇ ਜਦੋਂ ਸਾਰਾ ਇਸਹਾਕ ਨੂੰ ਇਸਮਾਇਲ ਦੇ ਨਾਲ ਇਕੱਠੇ ਖੇਡਦਾ ਦੇਖਦੀ ਹੈ ਅਤੇ ਸਾਰਾ ਅਬਰਾਹਮ ਨੂੰ ਕਹਿੰਦੀ ਹੈ ਕਿ ਤੁਸੀਂ ਇਸ ਗੁਲਾਮ ਔਰਤ ਨੂੰ ਅਤੇ ਇਸ ਦੇ ਪੁੱਤਰ ਨੂੰ ਘਰੋਂ ਕੱਢ ਦਿਓ, ਕਿਉਂਕਿ ਇਸ ਗੁਲਾਮ ਦਾ ਪੁੱਤਰ ਮੇਰੇ ਪੁੱਤਰ ਨਾਲ ਤੇਰੀ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ। ਅਤੇ ਅਬਰਾਹਮ ਉੱਦਾਂ ਹੀ ਕਰਦਾ ਹੈ। ਹੁਣ ਅਸੀਂ ਅਬਰਾਹਮ ਦੀ ਕੁਰਬਾਨੀ ਦੇ ਬਾਰੇ ਪੜ੍ਹਾਂਗੇ। ਪ੍ਰਭੂ ਖੁਦਾ ਨੇ ਅਬਰਾਹਮ ਦੇ ਈਮਾਨ ਅਤੇ ਖੁਦਾ ਪ੍ਰਤੀ ਪਿਆਰ ਨੂੰ ਪਰਖਿਆ। ਇੱਕ ਦਿਨ ਪ੍ਰਭੂ ਖੁਦਾ ਨੇ ਅਬਰਾਹਮ ਨੂੰ ਕਿਹਾ, ਆਪਣੇ ਇਕਲੌਤੇ ਪੁੱਤਰ ਇਸਹਾਕ ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ ਨੂੰ ਲੈ ਕੇ ਮੋਰੀਆ ਦੀ ਧਰਤੀ 'ਤੇ ਜਾ ਅਤੇ ਉੱਥੇ ਉਸ ਨੂੰ ਹੋਮ ਬਲੀ ਦੇ ਰੂਪ ਵਿੱਚ ਚੜ੍ਹਾ। ਸੋ ਹੁਣ ਇਹਨਾਂ ਲਾਈਨਾਂ ਵਿੱਚ ਅਸੀਂ ਦੇਖਿਆ ਹੈ ਕਿ ਕਿੱਦਾਂ ਖੁਦਾ ਅਬਰਾਹਮ ਦੇ ਵਿਸ਼ਵਾਸ ਨੂੰ, ਈਮਾਨ ਨੂੰ ਅਤੇ ਉਹਦੇ ਖੁਦਾ ਦੇ ਪ੍ਰਤੀ ਪਿਆਰ ਨੂੰ ਪਰਖਦਾ ਹੈ। ਖੁਦਾ ਪਰਖਦਾ ਹੈ ਕਿ ਇਹਦਾ ਸੱਚੀ ਮੇਰੇ ਵਿੱਚ ਈਮਾਨ ਹੈਗਾ ਜਾਂ ਸੱਚੀ ਇਹ ਮੈਨੂੰ ਬਹੁਤ ਜ਼ਿਆਦਾ ਸਭ ਚੀਜ਼ਾਂ ਨਾਲੋਂ ਪਿਆਰ ਕਰਦਾ ਹੈ। ਅਤੇ ਇਸ ਕਰਕੇ ਖੁਦਾ ਅਬਰਾਹਮ ਨੂੰ ਕਹਿੰਦਾ ਹੈ ਕਿ ਜੋ ਤੇਰਾ ਇੱਕੋ ਇੱਕ ਪੁੱਤਰ ਹੈ ਤੂੰ ਉਹਨੂੰ ਮੋਰੀਆ ਪਹਾੜ ਉੱਤੇ ਲੈ ਜਾ ਅਤੇ ਉੱਥੇ ਉਹਨੂੰ ਤੂੰ ਮੇਰੇ ਲਈ ਕੁਰਬਾਨ ਕਰ ਦੇ। ਕਿ ਅਸੀਂ ਦੇਖਿਆ ਹੈ ਕਿ ਕਿੰਨੇ ਸਾਲਾਂ ਬਾਅਦ ਖੁਦਾ ਨੇ ਉਸ ਨੂੰ ਇੱਕ ਪੁੱਤਰ ਦਾ ਬੁਢਾਪੇ ਦੇ ਵਿੱਚ ਵਰਦਾਨ ਦਿੱਤਾ ਸੀ ਅਤੇ ਖੁਦਾ ਉਸ ਦੇ ਜੋ ਇਕਲੌਤੇ ਪੁੱਤਰ ਇਸਹਾਕ ਆ ਉਹਦੀ ਬਲੀ ਮੰਗ ਰਿਹਾ ਵਾ। ਅਬਰਾਹਮ ਇਹ ਸੁਣ ਕੇ ਬਹੁਤ ਦੁਖੀ ਹੋਇਆ, ਪਰ ਫਿਰ ਵੀ ਖੁਦਾ ਵਿੱਚ ਵਿਸ਼ਵਾਸ ਰੱਖਦੇ ਹੋਏ ਉਸਨੇ ਹੁਕਮ ਨੂੰ ਮੰਨਿਆ ਅਤੇ ਆਪਣੇ ਬੇਟੇ ਦੀ ਬਲੀ ਚੜ੍ਹਾਉਣ ਲਈ ਤੁਰ ਪਿਆ। ਸੋ ਅਬਰਾਹਮ ਨੂੰ ਜਦੋਂ ਇਹ ਪਤਾ ਲੱਗਾ ਕਿ ਖੁਦਾ ਉਹਦੇ ਪੁੱਤਰ ਦੀ ਬਲੀ ਮੰਗ ਰਿਹਾ ਅਤੇ ਅਬਰਾਹਮ ਜਿਹੜਾ ਹੈ ਉਹ ਦੁਖੀ ਹੁੰਦਾ ਵਾ, ਪਰ ਫਿਰ ਵੀ ਉਹ ਖੁਦਾ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਉਹਦੇ ਹੁਕਮ ਨੂੰ ਮੰਨਦੇ ਹੋਏ ਅੱਗੇ ਤੁਰਦਾ ਹੈ ਅਤੇ ਉਹਨੂੰ ਬਲੀ ਚੜ੍ਹਾਉਣ ਦੇ ਲਈ ਮੋਰੀਆ ਪਹਾੜ ਦੇ ਵੱਲ ਚਲਾ ਜਾਂਦਾ ਹੈ। ਜਦੋਂ ਉਹ ਆਪਣੇ ਪੁੱਤਰ ਦੀ ਬਲੀ ਚੜ੍ਹਾਉਣ ਲੱਗਾ ਤਾਂ ਪ੍ਰਭੂ ਖੁਦਾ ਦੇ ਸਵਰਗਦੂਤ ਨੇ ਸਵਰਗ ਤੋਂ ਆ ਕੇ ਉਸ ਨੂੰ ਰੋਕ ਲਿਆ। ਉਸ ਨੇ ਕਿਹਾ, ਇਸ ਬੱਚੇ ਨੂੰ ਹੱਥ ਨਾ ਲਾ ਅਤੇ ਨਾ ਉਸ ਨੂੰ ਕੁਝ ਕਰ। ਮੈਂ ਜਾਣ ਗਿਆ ਹਾਂ ਕਿ ਤੂੰ ਪ੍ਰਭੂ ਖੁਦਾ ਤੋਂ ਡਰਦਾ ਹੈ ਅਤੇ ਉਸ ਨੂੰ ਪਿਆਰ ਕਰਦਾ ਹੈ, ਇੱਥੋਂ ਤੱਕ ਕਿ ਤੂੰ ਆਪਣੇ ਇਕਲੌਤੇ ਪੁੱਤਰ ਨੂੰ ਵੀ ਪਿੱਛੇ ਨਾ ਛੱਡਿਆ। ਸੋ ਜਿਵੇਂ ਹੀ ਉਹ ਆਪਣੇ ਪੁੱਤਰ ਨੂੰ ਬਲੀ ਚੜ੍ਹਾਉਣ ਦੇ ਲਈ ਮੋਰੀਆ ਪਹਾੜ ਦੇ ਵਿੱਚ ਲੈ ਕੇ ਜਾਂਦਾ ਹੈ ਅਤੇ ਉਹਦੀ ਬਲੀ ਚੜ੍ਹਾਉਣ ਲੱਗਦਾ ਹੈ ਅਤੇ ਉੱਥੇ ਸਵਰਗਦੂਤ ਜਿਹੜਾ ਹੈ ਉਹ ਆ ਜਾਂਦਾ ਹੈ ਅਤੇ ਅਬਰਾਹਮ ਨੂੰ ਮਨ੍ਹਾ ਕਰਦਾ ਹੈ ਕਿ ਤੂੰ ਇਹਦੀ ਬਲੀ ਨਾ ਚੜ੍ਹਾ, ਕਿਉਂਕਿ ਖੁਦਾ ਜਿਹੜਾ ਸੀ ਉਹ ਤੇਰੇ ਈਮਾਨ ਨੂੰ ਅਤੇ ਖੁਦਾ ਦੇ ਪ੍ਰਤੀ ਤੇਰੇ ਪਿਆਰ ਨੂੰ ਪਰਖਣਾ ਚਾਹੁੰਦਾ ਸੀ। ਅਤੇ ਹੁਣ ਇਹ ਪਤਾ ਚੱਲ ਗਿਆ ਹੈ ਕਿ ਤੂੰ ਖੁਦਾ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਇੱਥੋਂ ਤੱਕ ਕਿ ਤੂੰ ਆਪਣੇ ਇਕਲੌਤੇ ਪੁੱਤਰ ਨੂੰ ਵੀ ਕੁਰਬਾਨ ਕਰਨ ਦੇ ਲਈ ਅੱਗੇ ਤੁਰ ਪਿਆ ਹੈ। ਅਤੇ ਇਸ ਕਰਕੇ ਦੂਤ ਨੇ ਅਬਰਾਹਮ ਨੂੰ ਕਿਹਾ ਕਿ ਤੂੰ ਬੱਚੇ ਨੂੰ ਕੁਰਬਾਨ ਨਾ ਕਰ। ਉਸ ਵੇਲੇ ਅਬਰਾਹਮ ਨੇ ਇੱਕ ਲੇਲੇ ਨੂੰ ਝਾੜੀਆਂ ਵਿੱਚ ਫਸਿਆ ਦੇਖਿਆ। ਉਸ ਨੇ ਉਹ ਲੇਲਾ ਲੈ ਕੇ ਆਪਣੇ ਪੁੱਤਰ ਦੀ ਥਾਂ ਉਸ ਦੀ ਹੋਮ ਬਲੀ ਚੜ੍ਹਾਈ। ਸੋ ਫਿਰ ਅਬਰਾਹਮ ਜਿਹੜਾ ਹੈ ਉਹ ਲੇਲੇ ਦੀ ਬਲੀ ਖੁਦਾ ਦੇ ਸਾਹਮਣੇ ਚੜ੍ਹਾਉਂਦਾ ਹੈ। ਇਹ ਉਸ ਦੇ ਖੁਦਾ ਪ੍ਰਤੀ ਡੂੰਘੇ ਈਮਾਨ ਅਤੇ ਨਾ ਟੁੱਟਣ ਵਾਲੇ ਪਿਆਰ ਦਾ ਬਹੁਤ ਵੱਡਾ ਸਬੂਤ ਸੀ। ਅਬਰਾਹਮ ਨੇ ਉਸ ਥਾਂ ਦਾ ਨਾਂ ਪ੍ਰਭੂ ਆਪ ਪ੍ਰਬੰਧ ਕਰਦਾ ਹੈ ਰੱਖਿਆ। ਹੁਣ ਅਸੀਂ ਇਸ ਅਧਿਆਏ ਦੇ ਪ੍ਰਸ਼ਨ ਉੱਤਰਾਂ ਬਾਰੇ ਜਾਣਾਂਗੇ। ਪਹਿਲਾ ਸਵਾਲ ਹੈ, ਖੁਦਾ ਅਬਰਾਹਮ ਨੂੰ ਕਿਉਂ ਮਿਲਣ ਗਿਆ? ਖੁਦਾ ਅਬਰਾਹਮ ਨੂੰ ਕਿਉਂ ਮਿਲਣ ਗਿਆ? ਇਹਦਾ ਉੱਤਰ ਹੈ, ਉਸ ਨੂੰ ਇਹ ਦੱਸਣ ਲਈ
ਕਿ ਉਸ ਦੀ ਪਤਨੀ ਸਾਰਾ ਇੱਕ ਪੁੱਤਰ ਨੂੰ ਜਨਮ ਦੇਵੇਗੀ ਜਿਸ ਦਾ ਨਾਂ ਇਸਹਾਕ ਹੋਵੇਗਾ। ਦੂਸਰਾ ਪ੍ਰਸ਼ਨ ਹੈ, ਸਾਰਾ ਕਿਉਂ ਹੱਸ ਪਈ ਜਦੋਂ ਖੁਦਾ ਨੇ ਉਸ ਨੂੰ ਇੱਕ ਪੁੱਤਰ ਦੇਣ ਦਾ ਵਾਅਦਾ ਕੀਤਾ? ਸਾਰਾ ਜਿਹੜੀ ਸੀ ਕਿਉਂ ਹੱਸ ਪਈ ਜਦੋਂ ਖੁਦਾ ਨੇ ਉਹਨੂੰ ਇੱਕ ਪੁੱਤਰ ਦੇਣ ਦਾ ਵਾਅਦਾ ਕੀਤਾ? ਇਹਦਾ ਉੱਤਰ ਹੈ ਕਿਉਂਕਿ ਉਹ ਆਪਣੇ ਬੁਢਾਪੇ ਵਿੱਚ ਸੀ, ਕਿ ਉਹ ਹੱਸ ਪਈ ਕਿ ਮੈਂ ਬੁਢਾਪੇ ਵਿੱਚ ਕਿੱਦਾਂ ਮਾਂ ਬਣ ਸਕਦੀ ਹਾਂ। ਤੀਸਰਾ ਪ੍ਰਸ਼ਨ ਹੈ, ਖੁਦਾ ਨੇ ਸਾਰਾ ਨੂੰ ਕੀ ਉੱਤਰ ਦਿੱਤਾ? ਖੁਦਾ ਨੇ ਸਾਰਾ ਨੂੰ ਕੀ ਉੱਤਰ ਦਿੱਤਾ? ਖੁਦਾ ਨੇ ਸਾਰਾ ਨੂੰ ਉੱਤਰ ਦਿੱਤਾ ਕਿ ਪ੍ਰਭੂ ਖੁਦਾ ਲਈ ਕੁਝ ਵੀ ਕਰਨਾ ਅਸੰਭਵ ਨਹੀਂ ਹੈ। ਖੁਦਾ ਦੇ ਲਈ ਕੁਝ ਵੀ ਕਰਨਾ ਸੰਭਵ ਆ, ਉਹਦੇ ਲਈ ਕੁਝ ਵੀ ਅਸੰਭਵ ਨਹੀਂ ਹੈ। ਚੌਥਾ ਪ੍ਰਸ਼ਨ, ਅਬਰਾਹਮ ਦੀ ਕਿੰਨੀ ਉਮਰ ਸੀ ਜਦ ਖੁਦਾ ਨੇ ਉਸ ਨਾਲ ਨੇਮ ਬੰਨ੍ਹਿਆ? ਅਬਰਾਹਮ ਦੀ ਕਿੰਨੀ ਉਮਰ ਸੀ ਜਦ ਖੁਦਾ ਨੇ ਉਸ ਨਾਲ ਨੇਮ ਬੰਨ੍ਹਿਆ? ਇਹਦਾ ਉੱਤਰ ਹੈ 99 ਸਾਲ। ਅਬਰਾਹਮ ਜਿਹੜਾ ਉਹ 99 ਸਾਲ ਦਾ ਸੀ ਜਦੋਂ ਖੁਦਾ ਨੇ ਉਹਦੇ ਨਾਲ ਨੇਮ ਬੰਨ੍ਹਿਆ। ਪੰਜਵਾਂ ਪ੍ਰਸ਼ਨ ਹੈ, ਕੀ ਖੁਦਾ ਇਸਮਾਇਲ ਨਾਲ ਗੁੱਸੇ ਸੀ? ਕੀ ਖੁਦਾ ਇਸਮਾਇਲ ਨਾਲ ਗੁੱਸੇ ਸੀ? ਇਹਦਾ ਉੱਤਰ ਹੈ ਹਾਂ। ਖੁਦਾ ਨੇ ਅਬਰਾਹਮ ਨੂੰ ਕਿਹਾ ਕਿ ਹਾਜ਼ਰਾ ਨੂੰ ਦੂਰ ਘੱਲ ਦਿਓ। ਛੇਵਾਂ ਪ੍ਰਸ਼ਨ ਹੈ, ਖੁਦਾ ਨੇ ਅਬਰਾਹਮ ਨੂੰ ਇਸਹਾਕ ਨਾਲ ਕੀ ਕਰਨ ਲਈ ਕਿਹਾ? ਖੁਦਾ ਨੇ ਅਬਰਾਹਮ ਨੂੰ ਇਸਹਾਕ ਨਾਲ ਕੀ ਕਰਨ ਦੇ ਲਈ ਕਿਹਾ? ਇਹਦਾ ਉੱਤਰ ਹੈ ਇਸਹਾਕ ਦੀ ਬਲੀ ਚੜ੍ਹਾਉਣ ਦੇ ਲਈ ਕਿਹਾ ਸੀ। ਸੱਤਵਾਂ ਪ੍ਰਸ਼ਨ, ਖੁਦਾ ਨੇ ਇਸਹਾਕ ਦੀ ਜਗ੍ਹਾ ਬਲੀ ਚੜ੍ਹਾਉਣ ਲਈ ਕੀ ਦਿੱਤਾ? ਖੁਦਾ ਨੇ ਇਸਹਾਕ ਦੀ ਜਗ੍ਹਾ ਬਲੀ ਚੜ੍ਹਾਉਣ ਦੇ ਲਈ ਕੀ ਦਿੱਤਾ? ਇਹਦਾ ਉੱਤਰ ਹੈ ਇੱਕ ਲੇਲਾ ਦਿੱਤਾ। ਅੱਠਵਾਂ ਪ੍ਰਸ਼ਨ ਹੈ ਕਿ ਉਸ ਥਾਂ ਦਾ ਕੀ ਨਾਂ ਰੱਖਿਆ ਜਿੱਥੇ ਅਬਰਾਹਮ ਨੇ ਇਸਹਾਕ ਦੀ ਬਲੀ ਚੜ੍ਹਾਉਣ ਲਈ ਗਿਆ? ਇਹਦਾ ਉੱਤਰ ਹੈ ਪ੍ਰਭੂ ਪ੍ਰਬੰਧ ਕਰਦਾ ਹੈ। ਉਸ ਜਗ੍ਹਾ ਦਾ ਨਾਂ ਰੱਖਿਆ ਪ੍ਰਭੂ ਪ੍ਰਬੰਧ ਕਰਦਾ ਹੈ। ਨੌਵਾਂ ਪ੍ਰਸ਼ਨ ਹੈ ਕਿ ਅਬਰਾਹਮ ਨੇ ਖੁਦਾ 'ਤੇ ਵਿਸ਼ਵਾਸ ਕੀਤਾ? ਪ੍ਰਸ਼ਨ ਹੈ ਕਿ ਅਬਰਾਹਮ ਨੇ ਖੁਦਾ 'ਤੇ ਵਿਸ਼ਵਾਸ ਕੀਤਾ? ਇਹਦਾ ਉੱਤਰ ਹੈ ਹਾਂ। ਅਬਰਾਹਮ ਨੇ ਖੁਦਾ ਉੱਤੇ ਵਿਸ਼ਵਾਸ ਕੀਤਾ ਅਤੇ ਉਸ ਦੇ ਹੁਕਮ ਦੀ ਪਾਲਣਾ ਕੀਤੀ। 10ਵਾਂ ਪ੍ਰਸ਼ਨ ਹੈ, ਅਬਰਾਹਮ ਦੀ ਕਿੰਨੀ ਉਮਰ ਸੀ ਜਦੋਂ ਉਸ ਨੂੰ ਕਨਾਨ ਦੇਸ਼ ਜਾਣ ਲਈ ਕਿਹਾ? ਅਬਰਾਹਮ ਦੀ ਕਿੰਨੀ ਉਮਰ ਸੀ ਜਦੋਂ ਖੁਦਾ ਨੇ ਅਬਰਾਹਮ ਨੂੰ ਕਨਾਨ ਜਾਣ ਦੇ ਲਈ ਕਿਹਾ ਸੀ? ਇਹਦਾ ਉੱਤਰ ਹੈ 75 ਸਾਲ, ਕਿ ਅਬਰਾਹਮ ਦੀ ਉਮਰ ਜਿਹੜੀ ਸੀ ਉਹ 75 ਸਾਲ ਸੀ। ਇਸ ਦੇ ਨਾਲ ਹੀ ਅਸੀਂ ਤਲੀਮ ਦੀ ਜੋ 5ਵੀਂ ਕਲਾਸ ਹੈ ਉਹਦਾ 6ਵਾਂ ਅਧਿਆਇ ਜਿਹੜਾ ਹੈ ਸਮਾਪਤ ਕਰਦੇ ਹਾਂ। ਸਾਰਿਆਂ ਨੂੰ